ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੈਪੀ ਨਿਊ ਈਅਰ ਟੂ ਆਲ ਆਫ ਯੂ। ਆਸ ਕਰਦੇ ਹਾਂ ਕਿ ਇਸ ਸਾਲ ਦੇ ਅੰਦਰ ਸਾਰਿਆਂ ਦੀਆਂ ਉਹ ਵਿਸ਼ੇਸ ਪੂਰੀਆਂ ਹੋਣ ਜਿਹੜੀਆਂ ਕਿ ਪਿਛਲੇ ਸਾਲ ਦੇ ਵਿੱਚ ਨਹੀਂ ਹੋ ਪਾਈਆਂ, ਤੇ ਇਹ ਸਾਲ ਵਧੀਆ ਹੋਵੇ ਐਜ਼ ਕੰਪੇਅਰ ਟੂ ਪਿਛਲਾ ਸਾਲ, ਕਿਉਂਕਿ ਉਹ ਸਾਲ ਕਾਫੀ ਜ਼ਿਆਦਾ ਬੱਚਿਆਂ ਦੇ ਲਈ, ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇੰਨਾ ਜ਼ਿਆਦਾ ਵਧੀਆ ਨਹੀਂ ਰਿਹਾ। ਤੇ ਆਸ ਕਰਦੇ ਹਾਂ ਕਿ ਇਸ ਸਾਲ ਦੇ ਅੰਦਰ ਜਿਹੜੀ IRCC ਹੈ ਉਹ ਆਪਣੀ ਪ੍ਰੋਸੈਸਿੰਗ ਫਾਸਟ ਕਰ ਦੇਵੇ ਤੇ ਸਹੀ ਤਰੀਕੇ ਨਾਲ ਜਲਦੀ ਰਿਜ਼ਲਟਸ ਪ੍ਰੋਡਿਊਸ ਕਰਨੇ ਸਟਾਰਟ ਕਰਨ ਉਹ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਬੇਸਿਕਲੀ ਦੋਨੋਂ ਟੌਪਿਕ ਡਿਸਕਸ ਕਰਾਂਗਾ, ਜਿਹੜੀ ਕਿ ਮੈਂ ਪੋਸਟ ਪਾਈ ਸੀ ਪਿੱਛੇ 1-2 ਦਿਨ ਪਹਿਲਾਂ ਸ਼ਾਇਦ, ਤੇ ਉਹਦੇ ਅੰਦਰ ਬੇਸਿਕਲੀ ਕਿਊਬੈਕ ਦੀ ਜਿਹੜੀ ਕਾਲਜਸ ਦੀ CA ਸਸਪੈਂਸ਼ਨ ਹੈ, ਤੇ ਦੂਸਰਾ ਕਿ ਕਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਤੇ ਉਹਦੇ ਨਾਲ ਕੀ ਟਰੈਵਲਿੰਗ ਦੇ ਰੂਲਸ ਨੇ ਉਹਨਾਂ ਸਟੂਡੈਂਟਸ ਦੇ ਲਈ, ਉਹ ਡਿਸਕਸ ਕਰਨ ਵਾਸਤੇ। ਸੋ ਉਹਦੇ ਵਿੱਚ ਬੇਸਿਕਲੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਦੋਨੋਂ ਟੌਪਿਕਸ ਨੂੰ ਬਰਾਬਰ ਜਿਹੇ ਵੋਟਸ ਕੀਤੇ ਨੇ। ਸੋ ਸਭ ਤੋਂ ਪਹਿਲਾਂ ਮੈਂ ਉਹ ਟੌਪਿਕ ਡਿਸਕਸ ਕਰਾਂਗਾ ਜਿਹਦੇ ਤੇ ਜ਼ਿਆਦਾ ਵੋਟਸ ਆਈਆਂ ਨੇ। ਸੋ ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਨੇ ਉਹਦੇ ਉੱਤੇ ਜ਼ਿਆਦਾ ਵੋਟਸ ਆਈਆਂ ਸੀ। ਸੋ ਆਪਾਂ ਉਹ ਡਿਸਕਸ ਕਰਾਂਗੇ ਕਿ ਹੁਣ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਵੀ ਸਟੂਡੈਂਟਸ ਨੂੰ PPR ਆ ਚੁੱਕੀ ਹੈ ਤੇ ਉਹਨੂੰ ਟਰੈਵਲ ਕਰਨਾ ਚਾਹੁੰਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਕਿ 20 ਅਕਤੂਬਰ ਤੋਂ ਇਹ ਸੀ ਕਿ ਜਿਹੜੇ ਵੀ DLIs ਦਾ ਕੋਵਿਡ ਰੈਡੀਨੈਸ ਪਲਾਨ ਅਪਰੂਵ ਹੋ ਜਾਏਗਾ, ਸਿਰਫ ਉਹ ਸਟੂਡੈਂਟਸ ਟਰੈਵਲ ਕਰ ਸਕਦੇ ਆ। ਹਜੇ ਤੱਕ ਇਹ ਲਿਸਟ ਅਪਡੇਟ ਹੁੰਦੀ ਆ ਰਹੀ ਹੈ, ਹਰ 2 ਵੀਕਸ ਤੋਂ ਬਾਅਦ ਅਪਡੇਟ ਹੋ ਜਾਂਦੀ ਹੈ। ਸੋ ਜਿਹੜੇ ਵੀ ਸਟੂਡੈਂਟਸ ਦਾ ਕਾਲਜ ਕੋਵਿਡ ਰੈਡੀਨੈਸ ਪਲਾਨ ਅਪਰੂਵ ਹੋ ਚੁੱਕਿਆ ਤੇ ਉਹ DLI ਲਿਸਟ ਦੇ ਵਿੱਚ ਆ ਚੁੱਕਿਆ, ਸਿਰਫ ਉਹੀ ਸਟੂਡੈਂਟਸ ਟਰੈਵਲ ਕਰ ਸਕਦੇ ਆ। ਮੇਨ ਚੀਜ਼ ਇਹ ਹੈ। ਉਸ ਤੋਂ ਬਾਅਦ ਸੈਕਿੰਡ ਨੰਬਰ ਦੇ ਉੱਤੇ ਆਉਂਦਾ ਕਿ ਸਟੂਡੈਂਟਸ ਕੋਲ ਜਿਹੜਾ ਹੈਗਾ ਕੁਆਰੰਟੀਨ ਪਲਾਨ ਹੋਣਾ ਚਾਹੀਦਾ। ਉਹਨਾਂ ਦਾ ਪ੍ਰਾਈਵੇਟ ਕੁਆਰੰਟੀਨ ਪਲਾਨ ਵੀ ਹੋ ਸਕਦਾ ਜਾਂ ਫਿਰ ਜਿਹੜਾ ਕਾਲਜਸ ਪ੍ਰੋਵਾਈਡ ਕਰ ਰਹੇ ਆ ਉਹ ਵੀ ਹੋ ਸਕਦਾ। ਇਹਦੇ ਵਿੱਚ ਬੇਸਿਕਲੀ ਆਪਾਂ ਕੀ ਧਿਆਨ ਰੱਖਣਾ ਹੈ ਕਿ ਆਪਣਾ ਫੂਡ, ਮੈਡੀਸਿਨ ਤੇ ਬੇਸਿਕ ਜਿਹੜੀ ਗਰੋਸਰੀ ਹੁੰਦੀ ਹੈ ਜਾਂ ਕੋਈ ਵੀ ਆਪਾਂ ਨੂੰ ਬੇਸਿਕ ਚੀਜ਼ ਚਾਹੀਦੀ ਹੈ, ਉਹ ਆਪਾਂ ਨੂੰ ਕੌਣ ਪ੍ਰੋਵਾਈਡ ਕਰੇਗਾ, ਕਿੱਦਾਂ ਪ੍ਰੋਵਾਈਡ ਹੋ ਸਕਦੀ ਹੈ, ਉਹਦੀ ਕੀ ਅਰੇਂਜਮੈਂਟਸ ਕੀਤੇ ਨੇ, ਉਹ ਆਪਾਂ ਕੁਆਰੰਟੀਨ ਪਲਾਨ ਦੇ ਅੰਦਰ ਧਿਆਨ ਰੱਖਣਾ ਹੈ। ਤੇ ਥਰਡ ਨੰਬਰ ਦੇ ਉੱਤੇ 21 ਨਵੰਬਰ ਤੋਂ ਇਹ ਰੂਲ ਆਇਆ ਸੀਗਾ ਕਿ ਜਿਹੜੇ ਵੀ ਉਹਨਾਂ ਟਰੈਵਲਰਸ ਹੋਣਗੇ ਜਿਨ੍ਹਾਂ ਨੇ ਕੈਨੇਡਾ ਵਾਸਤੇ ਟਰੈਵਲ ਕਰਨਾ ਹੈ, ਉਹਨਾਂ ਨੂੰ ਅਰਾਈਵ ਕੈਨ ਐਪ ਦੇ ਉੱਤੇ ਆਪਣੀਆਂ ਡਿਟੇਲਸ ਫਿਲ ਕਰਨੀਆਂ ਹੋਣਗੀਆਂ, ਆਪਣੀਆਂ ਪਰਸਨਲ ਡਿਟੇਲਸ ਤੇ ਨਾਲ ਦੀ ਨਾਲ ਹੀ ਜਿਹੜੀਆਂ ਫਲਾਈਟਸ ਦੀਆਂ ਡਿਟੇਲਸ ਨੇ ਉਹ ਵੀ ਸ਼ੇਅਰ ਕਰਨੀਆਂ ਹੋਣਗੀਆਂ। ਸੋ ਜਿਹੜਾ ਅਰਾਈਵ ਕੈਨ ਦੇ ਉੱਤੇ ਆਪਾਂ ਜਿਹੜੀ ਵੀ ਇਨਫੋਰਮੇਸ਼ਨ ਫਿਲ ਕਰਨੀ ਹੈ ਉਹਦੇ ਰਿਲੇਟਡ ਮੈਂ ਜਿਹੜੀ ਵੀ ਡਿਟੇਲਸ ਸਾਰੀਆਂ ਲਿਖੀਆਂ ਹੋਈਆਂ ਨੇ ਤਾਂ ਕਿ ਕੁਝ ਮਿਸ ਨਾ ਕਰਦੇ ਹਾਂ। ਸੋ 21 ਨਵੰਬਰ ਤੋਂ ਅਰਾਈਵ ਕੈਨ ਐਪ ਦੇ ਅੰਦਰ ਟਰੈਵਲਰਸ ਦੀਆਂ ਡਿਟੇਲਸ ਜਾਣਗੀਆਂ, ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ, ਤੇ ਨਾਲ ਦੀ ਨਾਲ ਹੀ ਆਪਣੀਆਂ ਫਲਾਈਟਸ ਦੀਆਂ ਡਿਟੇਲਸ ਦੱਸਣੀਆਂ ਨੇ। ਸੋ ਇਹ ਆਪਾਂ ਟਰੈਵਲ ਕਰਨ ਤੋਂ 1-2 ਦਿਨ ਪਹਿਲਾਂ ਕਰ ਲੈਣੀ ਹੈ। ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਆਪਣਾ ਜਿਹੜਾ ਕੁਆਰੰਟੀਨ ਪਲਾਨ ਹੈ ਉਹ ਵੀ ਦੱਸਣਾ ਵੀ ਕੀ ਆਪਾਂ ਅਰੇਂਜਮੈਂਟਸ ਕੀਤੀਆਂ ਨੇ ਆਪਣੇ ਕੁਆਰੰਟੀਨ ਵਾਸਤੇ। ਤੇ ਨਾਲ ਦੀ ਨਾਲ ਹੀ ਅੱਗੇ ਲਿਖਿਆ ਹੈ ਕਿ ਟਰੈਵਲਰਸ ਵਿਲ ਰਿਸੀਵ ਅ ਰਿਸਿਪਟ ਦੈਨ ਸ਼ੋ ਇਟ ਟੂ ਦੀ CBSA ਆਫਿਸਰਸ। ਸੋ ਜਦੋਂ ਆਪਾਂ ਅਰਾਈਵ ਕਰਨ ਦੇ ਉੱਤੇ ਆਪਣੀ ਸਾਰੀ ਇਨਫੋਰਮੇਸ਼ਨ ਫਿਲ ਕਰ ਦਿੰਦੇ ਹਾਂ ਤੇ ਆਪਾਂ ਨੂੰ ਇੱਕ ਰਿਸਿਪਟ ਜਾਂ ਟੋਕਨ ਨੰਬਰ ਕਹਿ ਸਕਦੇ ਹਾਂ ਕਿ ਇੱਕ ਨੰਬਰ ਮਿਲ ਜਾਂਦਾ ਰਿਸਿਪਟ। ਸੋ ਜਦੋਂ ਆਪਾਂ ਟਰੈਵਲ ਕਰਦੇ ਹਾਂ ਇਮੀਗ੍ਰੇਸ਼ਨ ਵੇਲੇ ਆਪਾਂ ਉਹ CBSA ਆਫਿਸਰ ਨੂੰ ਸ਼ੋਅ ਕਰਨੀ ਹੈ, ਤੇ ਉਹ ਜਿਹੜੇ CBSA ਆਫਿਸਰ ਨੇ ਉਹਦੀ ਹੈਲਪ ਦੇ ਨਾਲ ਉਹ ਚੈੱਕ ਕਰਨਗੇ ਕਿ ਆਪਾਂ ਆਪਣਾ ਜਿਹੜਾ ਡਾਟਾ ਉਹ ਡਿਜੀਟਲੀ ਸਬਮਿਟ ਕਰ ਚੁੱਕੇ ਹਾਂ ਜਾਂ ਫਿਰ ਨਹੀਂ ਸਬਮਿਟ ਕੀਤਾ। ਸੋ ਇਹ ਜ਼ਰੂਰ ਸਬਮਿਟ ਕਰੋ। ਇਹਦੇ ਵਿੱਚ ਕੀ ਹੈ, ਜੇ ਆਪਾਂ ਸਬਮਿਟ ਨਹੀਂ ਕਰਦੇ ਤਾਂ ਆਪਾਂ ਨੂੰ ਉਹ ਆਬਜੈਕਟ ਵੀ ਕਰ ਸਕਦੇ ਆ, ਮਤਲਬ ਵੀ ਬੋਲਣਗੇ ਮਾੜਾ ਮੋਟਾ ਵੀ ਤੁਸੀਂ ਕਿਉਂ ਨਹੀਂ ਕੀਤੀ, ਤੇ ਮੈਕਸਿਮਮ ਟੂ ਮੈਕਸਿਮਮ $1000 ਦਾ ਫਾਈਨ ਵੀ ਹੋ ਸਕਦਾ ਇਸ ਚੀਜ਼ ਦੇ ਉੱਤੇ। ਸੋ ਆਪਣੀ ਜਿਹੜੀ ਅਰਾਈਵ ਕੈਨ ਐਪ ਹੈ ਉਹ ਡਾਊਨਲੋਡ ਕਰਕੇ ਉਹਦੇ ਉੱਤੇ ਇਨਫੋਰਮੇਸ਼ਨ ਜ਼ਰੂਰ ਫਿਲ ਕਰੋ। ਜਦੋਂ ਤੁਸੀਂ ਟਰੈਵਲ ਅਰੇਂਜਮੈਂਟਸ ਕਰ ਲਿੱਤੀਆਂ ਨੇ ਉਸ ਤੋਂ 1-2 ਦਿਨ ਪਹਿਲਾਂ ਹੀ ਆਪਣਾ ਹੈ ਕੰਪਲੀਟ ਕਰ ਲਓ ਸਾਰਾ ਕੁਝ। ਸੋ ਇਹ ਹੈਗਾ ਜੀ ਥਰਡ ਪੁਆਇੰਟ, ਜਿਹੜਾ ਮੇਨਲੀ ਅਰਾਈਵ ਕੈਨ ਐਪ ਹੈ 21 ਨਵੰਬਰ ਤੋਂ ਸਟਾਰਟ ਹੋਈ ਸੀ, ਇਹ ਮੈਂਡੇਟਰੀ। ਨਾਲ ਦੀ ਨਾਲ ਹੀ ਇਹਦੇ ਨਾਲ ਇੱਕ ਹੋਰ ਚੀਜ਼ ਮੈਂ ਦੱਸਦਾ ਕਿ ਜਦੋਂ ਆਪਾਂ ਆਪਣਾ ਇਮੀਗ੍ਰੇਸ਼ਨ ਕਰ ਲੈਂਦੇ ਤੇ ਅਰਾਈਵ ਕੈਨ ਐਪ ਦੇ ਉੱਤੇ ਆਪਾਂ ਆਪਣੀ ਸਾਰੀ ਇਨਫੋਰਮੇਸ਼ਨ ਫਿਲ ਕਰ ਚੁੱਕੇ ਹਾਂ, ਤੇ ਉਸ ਤੋਂ ਬਾਅਦ ਵਿਦਿਨ 48 ਆਵਰਸ ਆਪਾਂ ਅਰਾਈਵ ਕੈਨ ਦੇ ਉੱਤੇ ਇਹ ਦੱਸ ਦੇਣਾ ਕਿ ਹਾਂ ਅਸੀਂ ਕੈਨੇਡਾ ਟਰੈਵਲ ਕਰ ਚੁੱਕੇ ਹਾਂ। ਤੇ ਉਸ ਤੋਂ ਬਾਅਦ ਜਦੋਂ ਤੱਕ ਤੁਸੀਂ ਕੁਆਰੰਟੀਨ ਦੇ ਅੰਦਰ ਹੋ, ਆਪਣਾ ਡੇਲੀ ਤੁਸੀਂ ਇੱਕ ਸੈਲਫ ਅਸੈਸਮੈਂਟ ਕਰਨਾ ਹੈ ਅਰਾਈਵ ਕੈਨ ਐਪ ਦੇ ਉੱਤੇ ਵੀ ਤੁਹਾਡੇ ਕੀ ਸਿੰਪਟਮਸ ਨੇ ਜਾਂ ਕੁਝ ਵੀ ਨੋਰਮਲੀ ਸਾਰਾ ਕੁਝ ਚੱਲ ਰਿਹਾ, ਮਤਲਬ ਜਿੱਦਾਂ ਦਾ ਵੀ ਤੁਹਾਨੂੰ ਫੀਲ ਹੁੰਦਾ ਹੈਗਾ, ਜੋ ਵੀ ਅਰਾਈਵ ਕੈਨ ਦੇ ਉੱਤੇ ਉਹ ਇੱਕ ਹਿਸਾਬ ਨਾਲ ਛੋਟਾ ਜਿਹਾ ਅਸੈਸਮੈਂਟ ਕਰਦੇ ਹੋਣਗੇ। ਸੋ ਆਪਾਂ ਨੂੰ ਰੈਗੂਲਰਲੀ ਕਰਨੀ ਜ਼ਰੂਰੀ ਹੈ। ਜੇ ਤੁਸੀਂ ਅਰਾਈਵ ਕੈਨ ਦੇ ਉੱਤੇ ਸਬਮਿਟ ਨਹੀਂ ਕੀਤਾ ਤੇ ਫਿਰ ਜਿਹੜਾ ਮੈਂ ਲਿੰਕ ਸ਼ੇਅਰ ਕੀਤਾ ਉਹਦੇ ਉੱਤੇ ਤੁਸੀਂ ਦੇਖ ਲਿਓ CIC ਨਿਊਜ਼ ਦਾ, ਉਹਨਾਂ ਨੇ ਇੱਕ ਨੰਬਰ ਵੀ ਸ਼ੇਅਰ ਕੀਤਾ ਹੈ। ਫਿਰ ਤੁਸੀਂ ਉਸ ਨੰਬਰ ਦੇ ਉੱਤੇ ਰੋਜ਼ ਕਾਲ ਕਰਨੀ ਪਏਗੀ ਤੁਹਾਨੂੰ, ਤੇ ਉਹਦੇ ਉੱਤੇ ਆਪਣੀ ਅਸੈਸਮੈਂਟ ਦੱਸਣੀ ਪਏਗੀ ਕਿ ਕੀ ਸਿੰਪਟਮਸ ਨੇ ਜਾਂ ਫਿਰ ਵੀ ਤੁਸੀਂ ਨੋਰਮਲ ਹੋ। ਸੋ ਇਸ ਤੋਂ ਚੰਗਾ ਹੈ ਕਿ ਤੁਸੀਂ ਅਰਾਈਵ ਕੈਨ ਐਪ ਡਾਊਨਲੋਡ ਕਰਕੇ ਉਹਦੇ ਉੱਤੇ ਸਬਮਿਟ ਕਰ ਦਿਓ। ਸੋ ਇਹ ਸੀਗਾ ਜੀ ਤੀਸਰਾ ਮੇਨ ਪੁਆਇੰਟ। ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜੀ ਨਵੀਂ ਇੱਕ ਚੀਜ਼ ਐਡ ਹੋਈ ਹੈ 30 ਦਸੰਬਰ ਤੋਂ, ਜਿਹੜਾ ਕਿ PCR COVID-19 ਟੈਸਟ ਹੈ ਉਹ ਕਰਵਾ ਕੇ ਜਾਣਾ ਪਏਗਾ ਜਿਹੜੇ ਵੀ ਟਰੈਵਲਰਸ ਨੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ। ਸੋ ਉਹਦੇ ਵਿੱਚ ਕੀ ਹੈ ਕਿ 30 ਦਸੰਬਰ ਤੋਂ ਕੈਨੇਡਾ ਰਿਕਵਾਇਰਸ ਅ ਨੈਗੇਟਿਵ COVID-19 PCR ਟੈਸਟ 3 days ਬਿਫੋਰ ਅਰਾਈਵਿੰਗ, ਯਾਨੀ ਕਿ ਜਦੋਂ ਆਪਾਂ ਉੱਥੇ ਪਹੁੰਚਣਾ ਹੈ ਉਹਦੇ ਤੋਂ 3 ਦਿਨ ਪਹਿਲਾਂ ਆਪਾਂ ਇੱਕ PCR ਟਾਈਪ ਦਾ COVID-19 ਟੈਸਟ ਕਰਵਾਉਣਾ। ਜਿਹੜਾ PCR ਹੈ ਇਹ ਹੈਗਾ ਪੋਲੀ ਚੇਨ ਰਿਐਕਸ਼ਨ ਟੈਸਟ। ਸੋ ਇਹਦੇ ਨਾਲ ਕੀ ਹੁੰਦਾ, ਬਹੁਤ ਹੀ ਐਕੂਰੇਸੀ ਨਾਲ ਜਿਹੜਾ ਵਾਇਰਸ ਹੈ ਉਹ ਡਿਟੈਕਟ ਹੋ ਜਾਂਦਾ ਜੇ ਉਹਦਾ ਕੋਈ ਛੋਟਾ ਜਿਹਾ ਵੀ ਪਾਰਟੀਕਲ ਆਪਣੀ ਬੋਡੀ ਦੇ ਅੰਦਰ ਹੈਗਾ। ਸੋ ਇਸ ਕਰਕੇ ਇਹਨੂੰ ਕਾਫੀ ਜ਼ਿਆਦਾ ਐਫੀਸ਼ੀਐਂਟ ਮੰਨਿਆ ਜਾਂਦਾ ਜਿਹੜਾ PCR ਟੈਸਟ ਹੈ। ਸੋ ਇਸ ਕਰਕੇ ਕੈਨੇਡਾ ਨੇ ਸਿਰਫ ਉਹੀ ਮੈਂਡੇਟਰੀ ਕੀਤਾ PCR ਟਾਈਪ ਦਾ ਹੀ ਟੈਸਟ ਕਰਵਾਉਣਾ ਆਪਾਂ।
ਜਿਹੜਾ ਕਿ ਕੋਵਿਡ-19 ਦਾ ਟੈਸਟ ਹੈ। ਸੋ ਇਹ ਟੈਸਟ ਕਰਵਾ ਕੇ ਇਹਦੀਆਂ ਰਿਪੋਰਟਸ ਆਪਾਂ ਉਹਨਾਂ ਨੂੰ ਦੱਸਾਂਗੇ ਜਾਂ ਆਪਣੇ ਕੋਲ ਰੱਖ ਸਕਦੇ ਹਾਂ, ਜਿੱਦਾਂ ਵੀ ਉਹ ਪ੍ਰੋਸੈਸ ਕਰਨਗੇ। ਬਾਕੀ ਇਹ ਜਿਹੜੀ ਨਵੀਂ ਇੱਕ ਰੂਲ ਆਇਆ, ਇਹ ਜਿਹੜੇ ਕਿਊਬੈਕ ਦੇ ਹੈਲਥ ਮਿਨਿਸਟਰ ਨੇ ਉਹਨਾਂ ਦੀ ਡਿਮਾਂਡ ਦੇ ਉੱਤੇ ਆਇਆ, ਤਾਂ ਕਿ ਉਹ ਚੰਗੀ ਤਰ੍ਹਾਂ ਜਿਹੜਾ ਕੋਵਿਡ-19 ਹੈ ਕੈਨੇਡਾ ਦੇ ਵਿੱਚ ਉਹਨੂੰ ਰੈਸਟ੍ਰਿਕਟ ਕਰ ਸਕਣ। ਸੋ ਨਾਲੇ ਇਹ ਜਿਹੜਾ ਕੋਵਿਡ-19 ਟੈਸਟ ਉਹਨਾਂ ਨੇ ਮੈਂਡੇਟਰੀ ਕੀਤਾ, ਅਤੇ ਇਸ ਦੇ ਰਿਲੇਟਿਡ ਜੋ ਵੀ ਹੋਰ ਨਵੇਂ ਰੂਲਸ ਆਉਣਗੇ ਉਹ 1 ਤੋਂ 2 ਹਫ਼ਤਿਆਂ ਦੇ ਅੰਦਰ ਹੋਰ ਜ਼ਿਆਦਾ ਨਿਊਜ਼ ਇਹਦੇ ਉੱਤੇ ਆਏਗੀ, ਅਤੇ ਇੱਕ ਹਿਸਾਬ ਨਾਲ ਕਲੀਅਰ ਹੋ ਜਾਏਗਾ ਕਿ ਕੀ ਇਹਦੇ ਨਾਲ ਹੋਰ ਕੁਛ ਐਡ ਹੋਏਗਾ ਜਾਂ ਫਿਰ ਨਹੀਂ ਹੋਏਗਾ। ਕੁਆਰੰਟੀਨ ਪਲਾਨ ਹਜੇ ਵੀ ਆਪਣਾ ਹੈਗਾ ਵੀ ਕੁਆਰੰਟੀਨ ਕਰਨਾ ਹੀ ਪਏਗਾ। ਇਹ ਜਿਹੜਾ PCR ਟੈਸਟ ਹੈ ਇਹਦੇ ਨਾਲ ਇਹ ਨਹੀਂ ਹੈਗਾ ਵੀ ਕੁਆਰੰਟੀਨ ਖਤਮ ਹੋ ਗਿਆ, ਕੁਆਰੰਟੀਨ ਵੀ ਹੈਗਾ, ਅਤੇ ਨਾਲ PCR ਟੈਸਟ ਦੀ ਨੈਗੇਟਿਵ ਦੀ ਰਿਪੋਰਟ ਆਪਾਂ ਵੀ ਆਪਣਾ ਨੈਗੇਟਿਵ ਆ ਚੁੱਕਿਆ। ਜੇ ਕਿਸੇ ਦਾ ਪੋਜ਼ੀਟਿਵ ਆਉਂਦਾ ਫਿਰ ਸ਼ਾਇਦ ਉਹਦੇ ਵਾਸਤੇ ਔਖਾ ਹੋ ਜਾਏਗਾ, ਫਿਰ ਉਹਦੇ ਉੱਤੇ ਹਜੇ ਡਿਟੇਲਸ ਨਹੀਂ ਆਈਆਂ ਕਿ ਕੀ ਕਰਨਗੇ। ਆਉਣ ਵਾਲੇ ਟਾਈਮ ਦੇ ਅੰਦਰ ਹੋ ਸਕਦਾ ਡਿਟੇਲਸ ਆ ਜਾਣ ਕਿ ਵੀ ਜੇ ਕਿਸੇ ਦਾ ਪੋਜ਼ੀਟਿਵ ਆਉਂਦਾ 3 ਦਿਨ ਪਹਿਲਾਂ ਜਦੋਂ ਟੈਸਟ ਕਰਵਾਉਂਦੇ ਨੇ ਤਾਂ ਫਿਰ ਕੀ ਸਿਚੁਏਸ਼ਨ ਬਣਦੀ ਹੈ ਉਹਨਾਂ ਦੇ ਨਾਲ। ਸੋ ਜਿਹਨਾਂ ਦਾ ਨੈਗੇਟਿਵ ਆ ਗਿਆ ਉਹਨਾਂ ਦਾ ਤਾਂ ਕੋਈ ਇਸ਼ੂ ਹੀ ਨਹੀਂ, ਉਹ ਫਿਰ ਟਰੈਵਲ ਕਰ ਸਕਣਗੇ ਈਜ਼ੀਲੀ। ਸੋ ਇਹ ਸੀਗੀ ਸਾਰੀ ਡਿਟੇਲ ਜਿਹੜੀਆਂ ਕਿ ਟਰੈਵਲਿੰਗ ਦੇ ਰਿਲੇਟਿਡ ਹੁਣ ਸਟੂਡੈਂਟਸ ਨੂੰ ਜਾਂ ਕਿਸੇ ਵੀ ਪਰਸਨ ਨੂੰ ਜਿਹੜੀ ਕਿ ਕੈਨੇਡਾ ਜਾ ਸਕਦੇ ਨੇ ਅਤੇ ਟਰੈਵਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ। ਅਤੇ ਇੱਕ ਮੈਂ ਛੋਟੀ ਜਿਹੀ ਅਪੀਲ ਕਰਦਾ ਕਿ ਜੇ ਤੁਹਾਨੂੰ ਮੇਰੀ ਇਨਫੋਰਮੇਸ਼ਨ ਸਹੀ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਕਾਫੀ ਜ਼ਿਆਦਾ ਲੋਕ, ਪਰ ਸਬਸਕ੍ਰਾਈਬ ਨਹੀਂ ਕਰ ਰਹੇ ਚੈਨਲ ਨੂੰ। ਅਤੇ ਲਾਈਕ ਵੀ ਕਰ ਦਿਓ ਅਤੇ ਨਾਲ ਦੀ ਨਾਲ ਹੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਸਟੂਡੈਂਟਸ ਤੱਕ ਇਹ ਇਨਫੋਰਮੇਸ਼ਨ ਪਹੁੰਚਦੀ ਰਹੇ। ਸੋ ਜਿਹੜਾ ਕਿ ਸੈਕਿੰਡ ਟੌਪਿਕ ਸੀਗਾ ਕਿਊਬੈਕ ਕਾਲਜਿਸ ਦੇ CAQ ਸਸਪੈਂਸ਼ਨ ਦਾ, ਹੁਣ ਮੈਂ ਤੁਹਾਡੇ ਨਾਲ ਉਹ ਡਿਸਕਸ ਕਰਦਾ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੀ ਕਿਊਬੈਕ ਦੀ ਗਵਰਨਮੈਂਟ ਹੈ, ਵੈਸੇ ਤਾਂ 1-1.5 ਮਹੀਨਾ ਪਹਿਲਾਂ ਹੀ ਇਹ ਨਿਊਜ਼ ਆ ਰਹੀ ਸੀਗੀ ਕਿ ਰੇਡੀਓ ਕੈਨੇਡਾ ਦੇ ਉੱਤੇ ਇਹ ਇਸ਼ੂ ਸਭ ਤੋਂ ਪਹਿਲਾਂ ਡਿਸਕਸ ਹੋਇਆ ਸੀਗਾ ਕਿ ਜਿਹੜੀ ਸਟੂਡੈਂਟਸ ਦੀ ਰਿਕਰੂਟਮੈਂਟ ਹੈ ਉਹ ਗਲਤ ਤਰੀਕੇ ਨਾਲ ਹੋ ਰਹੀ ਹੈ ਜਾਂ ਉਹਦੇ 'ਚ ਕੋਈ ਇਸ਼ੂ ਹੈ ਕੁਛ ਸਪੈਸੀਫਿਕ DLIs ਦੇ ਨਾਲ। ਸੋ ਇਸ ਕਰਕੇ ਜਿਹੜੀ ਇਮੀਗ੍ਰੇਸ਼ਨ ਹੈ ਕਿਊਬੈਕ ਦੀ ਮਿਨਿਸਟਰੀ, ਉਹਨਾਂ ਨੇ ਇਹਦੇ ਉੱਤੇ ਧਿਆਨ ਦਿੱਤਾ ਅਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ। ਬਟ ਹੁਣ 30 ਦਸੰਬਰ ਤੋਂ ਇਹਦੇ ਉੱਤੇ ਇੱਕ ਪ੍ਰੈਕਟੀਕਲ ਐਕਸ਼ਨ ਲਿਆ ਗਿਆ, ਅਤੇ ਜਿਹੜੇ ਕਿ CAQs ਨੇ 10 DLIs ਵਿੱਚ, ਜਿਹੜੇ ਕਿ ਕਿਊਬੈਕ ਦੇ ਅੰਦਰ 10 DLIs ਨੇ ਉਹਨਾਂ ਦੇ CAQ ਸਸਪੈਂਡ ਕਰ ਦਿੱਤੇ ਗਏ ਨੇ। ਯਾਨੀ ਕਿ ਹੁਣ ਕੋਈ ਵੀ ਸਟੂਡੈਂਟ ਜਿਹੜਾ ਇਹਨਾਂ ਕਾਲਜਿਸ ਵਾਸਤੇ CAQ ਲਈ ਅਪਲਾਈ ਹੀ ਨਹੀਂ ਕਰ ਪਾਏਗਾ। ਉਹਨਾਂ ਨੇ ਐਪਲੀਕੇਸ਼ਨਸ ਦੀ ਬੰਦ ਕਰ ਦਿੱਤੀਆਂ, ਕੋਈ ਅਪਲਾਈ ਨਹੀਂ ਕਰ ਪਾਊਗਾ। ਬਟ ਜਿਹੜੇ ਸਟੂਡੈਂਟ ਇੱਥੇ ਪਹਿਲਾਂ ਤੋਂ ਪੜ੍ਹ ਰਹੇ ਨੇ ਕੈਨੇਡਾ ਦੇ ਅੰਦਰ ਨੇ, ਜਾਂ ਫਿਰ ਜਿਹੜੇ ਸਟੂਡੈਂਟ ਨੇ ਅਪਲਾਈ ਕੀਤਾ ਉਹਨਾਂ ਨੂੰ CAQ ਮਿਲ ਚੁੱਕਿਆ ਜਾਂ ਫਿਰ ਉਹਨਾਂ ਦਾ ਸਟੱਡੀ ਪਰਮਿਟ ਵੀ ਅਪਰੂਵ ਹੋ ਗਿਆ, ਉਹਨਾਂ ਵਾਸਤੇ ਕੋਈ ਡਰਨ ਦੀ ਗੱਲ ਨਹੀਂ ਹੈਗੀ, ਕੋਈ ਇਸ਼ੂ ਨਹੀਂ ਹੈਗਾ, ਉਹ ਸਟੱਡੀ ਕਰ ਸਕਦੇ ਨੇ। ਜਿਨ੍ਹਾਂ ਦਾ CAQ ਆ ਚੁੱਕਿਆ ਉਹਨਾਂ ਦੀ ਐਪਲੀਕੇਸ਼ਨ 'ਤੇ ਵੀ ਕੋਈ ਇਫੈਕਟ ਨਹੀਂ ਹੈਗਾ। ਇਫੈਕਟ ਸਿਰਫ ਉਹਨਾਂ ਸਟੂਡੈਂਟਸ ਨੂੰ ਹੈ ਜਿਨ੍ਹਾਂ ਨੇ ਇਹਨਾਂ ਵਿੱਚ CAQ ਵਾਸਤੇ ਅਪਲਾਈ ਕੀਤਾ ਹੋਇਆ ਸੀਗਾ 30 ਦਸੰਬਰ ਤੋਂ ਪਹਿਲਾਂ, ਬਟ ਹਜੇ ਤੱਕ CAQ ਨਹੀਂ ਆਇਆ ਹੈਗਾ। ਸੋ ਉਹਨਾਂ ਦੀਆਂ ਫਾਈਲਸ ਵੀ ਸਸਪੈਂਡ ਹੋ ਚੁੱਕੀਆਂ ਨੇ। ਜੇ ਤੁਹਾਡਾ CAQ ਨਹੀਂ ਆਇਆ ਤਾਂ ਤੁਹਾਨੂੰ CAQ ਫਿਊਚਰ ਦੇ ਅੰਦਰ ਨਹੀਂ ਮਿਲੇਗਾ 31 ਮਾਰਚ 2021 ਤੱਕ। ਸੋ ਇਸ ਕਰਕੇ ਉਹਨਾਂ ਸਟੂਡੈਂਟਸ ਨੂੰ ਦੇਖਣਾ ਚਾਹੀਦਾ ਕਿ ਉਹ DLI ਚੇਂਜ ਕਰਨਾ ਚਾਹੁੰਦੇ ਨੇ ਜਾਂ ਆਪਣੇ DLI ਨਾਲ ਗੱਲ ਕਰਨ ਕਿ ਕੀ ਹੁਣ ਸਿਚੁਏਸ਼ਨ ਹੈਗੀ ਆ, ਕੀ ਉਹਨਾਂ ਨੂੰ ਕਰਨਾ ਚਾਹੀਦਾ। ਸੋ ਇਹ ਜਿਹੜੇ 10 ਕਾਲਜਿਸ ਨੇ ਮੈਂ ਤੁਹਾਡੇ ਨਾਲ ਉਹ ਡਿਸਕਸ ਕਰਦਾ। ਸੋ ਇੱਕ ਹੈਗਾ M ਕਾਲਜ ਕੈਨੇਡਾ ਦਾ, M College of Canada, Matrix College of Management Technology and Healthcare, Canada College, Huzzing College, CDE College, Montreal College of Information Technology, Institute Superior de Informatique ISI। ਉਸ ਤੋਂ ਬਾਅਦ ਹੈਗਾ Universal College Gatineau Campus ਜਾਂ ਜੋ ਵੀ ਹੈ ਪ੍ਰੋਨਾਂਸੀਏਸ਼ਨ ਇਹਦੀ, ਕਾਲਜ CDI, ਅਤੇ ਇੱਕ ਹੈਗਾ Montreal Campus of CEGEP de la। ਅੱਗੇ ਪ੍ਰੋਪਰ ਜੋ ਵੀ ਨੇਮ ਹੈ ਉਹ ਮੈਨੂੰ ਨਹੀਂ ਪਤਾ। ਸੋ ਲਿੰਕ ਦੇ ਅੰਦਰ ਮੈਂ ਉਹਦਾ ਦੱਸ ਦਿੱਤਾ, ਤੁਸੀਂ ਦੇਖ ਸਕਦੇ ਹੋ ਪੂਰੀ ਇਨਫੋਰਮੇਸ਼ਨ ਜਿਹੜੀ CAC ਨਿਊਜ਼ ਦੀ ਹੈ। ਸੋ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਕਿਊਬੈਕ ਮਿਨਿਸਟਰੀ ਆਫ ਹਾਇਰ ਐਜੂਕੇਸ਼ਨ ਹੈ ਉਹਨਾਂ ਨੇ ਇਹਨਾਂ ਦੇ CAQs ਦੇ ਉੱਤੇ ਐਪਲੀਕੇਸ਼ਨ ਨੇ ਉਹ ਸਸਪੈਂਡ ਕਰ ਦਿੱਤੀਆਂ ਨੇ 31 ਮਾਰਚ 2021 ਤੱਕ 30 ਦਸੰਬਰ ਹੁਣ ਤੋਂ ਲੈ ਕੇ। ਅਤੇ ਨਾਲ ਦੀ ਨਾਲ ਹੀ ਜਿਹੜੀ ਉੱਥੇ ਦੀ ਇੱਥੇ ਇਹਨਾਂ ਨੇ ਲਿਖਿਆ ਪ੍ਰੋਪਰ ਨੇਮ, ਸੋ ਕਿਊਬੈਕਸ ਮਿਨਿਸਟਰੀ ਆਫ ਇਮੀਗ੍ਰੇਸ਼ਨ ਫਰੈਂਚਾਈਜ਼ੇਸ਼ਨ ਐਂਡ ਇੰਟੀਗ੍ਰੇਸ਼ਨ, ਇਹਨਾਂ ਦਾ ਸ਼ਾਰਟ ਫਾਰਮ ਹੈ MIFI ਜਾਂ MIFI। ਸੋ ਇਹ ਜਿਹੜੀ ਇੰਸਟੀਟਿਊਸ਼ਨ ਹੈ ਗਵਰਨਮੈਂਟ ਇੰਸਟੀਟਿਊਸ਼ਨ, ਇਹ ਜਿਹੜੀ ਕਾਲਜਿਸ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਰਿਕਰੂਟਮੈਂਟ ਕਿਸ ਤਰੀਕੇ ਨਾਲ ਹੋ ਰਹੀ ਸੀ ਜਾਂ ਜੋ ਵੀ ਇਸ਼ੂ ਚੱਲ ਰਿਹਾ। ਸੋ ਇਹ ਪ੍ਰੋਪਰ ਚੀਜ਼ ਹੈ। ਇਹਨਾਂ ਨੇ ਆਪਣੀ ਕਿਊਬੈਕ ਦੀ ਜਿਹੜੀ ਹੈ ਡਿਪਾਰਟਮੈਂਟ ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ, ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਵੀ ਮੈਂਸ਼ਨ ਕਰ ਦਿੱਤਾ। ਉਹ ਵੀ ਤੁਸੀਂ CIC ਦਾ ਜਿਹੜਾ ਆਰਟੀਕਲ ਹੈ ਉਹਦੇ ਉੱਤੇ ਦੇਖ ਸਕਦੇ ਹੋ, ਨਹੀਂ ਤਾਂ ਮੈਂ ਇੱਕ ਡੈਡੀਕੇਟਡ ਲਿੰਕ ਵੀ ਡਿਸਕ੍ਰਿਪਸ਼ਨ 'ਚ ਪਾ ਦਿੱਤਾ। ਸੋ ਉੱਥੇ ਉਹਨਾਂ ਨੇ ਸਾਫ਼ ਲਿਖਿਆ ਹੈ ਕਿ December 30, 2020, a decision by the Minister of Immigration, Franchisation and Integration taken for reasons of public interest took effect today। ਸੋ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਇਹ ਜਿਹੜੇ 10 ਕਾਲਜਿਸ ਨੇ ਇਹਨਾਂ ਦੇ ਅਸੀਂ CAQ ਸਸਪੈਂਡ ਕਰ ਦਿੱਤੇ ਨੇ, ਕੋਈ CAQ ਵਾਸਤੇ ਅਪਲਾਈ ਨਹੀਂ ਕਰ ਸਕਦਾ 31 ਮਾਰਚ 2021 ਤੱਕ, ਅਤੇ ਜਿਹਨਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਬਟ ਹਜੇ ਤੱਕ CAQ ਨਹੀਂ ਆਏ ਉਹਨਾਂ ਦੇ CAQ ਵੀ ਨਹੀਂ ਆਉਣਗੇ। ਉਸ ਤੋਂ ਬਾਅਦ ਉਹਨਾਂ ਨੇ
ਪ੍ਰੋਪਰਲੀ ਥੱਲੇ ਲਿਖਿਆ ਹੈ therefore the processing of any application received before December 30 2020 for which no decision had yet been made is suspended। ਮਤਲਬ ਜਿਹਨਾਂ ਤੇ ਕੋਈ ਡਿਸੀਜਨ ਨਹੀਂ ਬਣਿਆ, ਜੇ ਤਾਂ ਤੁਹਾਡਾ CAQ ਆ ਗਿਆ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। This decision will remain in force until March 31 2021, ਸੋ ਮਾਰਚ 31 ਤੱਕ ਰਹੇਗਾ। ਤੇ ਨਾਲੇ ਉਹਨਾਂ ਨੇ ਕਲੀਅਰਲੀ ਲਿਖਿਆ ਹੈ this decision has no repercussions on foreign students currently studying at those institutions and who hold a valid Quebec acceptance certificate ਯਾਨੀ ਕਿ CAQ and study permit। ਯਾਨੀ ਕਿ ਜਿਹਨਾਂ ਕੋਲ ਪਹਿਲਾਂ ਤੋਂ ਹੀ CAQ ਹੈਗਾ, ਸਟੱਡੀ ਪਰਮਿਟ ਹੈਗਾ, ਉਹਨਾਂ ਉੱਤੇ ਇਸ ਚੀਜ਼ ਦਾ ਕੋਈ ਵੀ ਇਫੈਕਟ ਨਹੀਂ ਹੈਗਾ ਤੇ ਜਿਹੜੇ ਆਲਰੇਡੀ ਸਟੱਡੀ ਕਰ ਰਹੇ ਨੇ ਉਹਨਾਂ ਤੇ ਵੀ ਕੋਈ ਇਫੈਕਟ ਨਹੀਂ ਹੈਗਾ। ਜਿਨ੍ਹਾਂ ਨੂੰ CAQ ਨਹੀਂ ਮਿਲੀ ਤੇ ਉਹਨਾਂ ਨੇ ਅਪਲਾਈ ਕੀਤਾ ਸੀਗਾ ਉਹਨਾਂ ਤੇ ਹੈ ਇਫੈਕਟ, ਤੇ ਨਵੇਂ ਸਟੂਡੈਂਟਸ ਅਪਲਾਈ ਨਹੀਂ ਕਰ ਸਕਦੇ ਤਾਂ ਉਹਨਾਂ ਵਾਸਤੇ ਵੀ ਕੋਈ ਇਫੈਕਟ ਨਹੀਂ ਹੈਗਾ। ਸੋ ਸਿਰਫ ਇੱਕ ਕੈਟੇਗਰੀ ਬਚਦੀ ਹੈ ਵੀ ਜਿਹਨਾਂ ਨੇ ਅਪਲਾਈ ਕੀਤਾ ਹੋਇਆ ਸੀਗਾ CAQ ਇਹਨਾਂ ਕਾਲਜਸ ਦੇ ਵਿੱਚੋਂ, ਉਹਨਾਂ ਨੂੰ ਹੁਣ CAQ ਨਹੀਂ ਮਿਲੇਗਾ ਮਾਰਚ 31 ਤੱਕ। ਤੇ ਹੋ ਸਕਦਾ ਜੇ ਇਨਵੈਸਟੀਗੇਸ਼ਨ ਲੰਬੀ ਚੱਲਦੀ ਹੈ ਤਾਂ ਇਹ ਡੇਟ ਹੋਰ ਐਕਸਟੈਂਡ ਕਰ ਦੇਣ। ਸੋ ਇਸ ਕਰਕੇ ਤੁਸੀਂ ਆਪਣੇ ਕਾਲਜਸ ਨਾਲ ਕੰਟੈਕਟ ਕਰੋ ਜਿਨ੍ਹਾਂ ਨੇ ਵੀ ਇਸ ਕਾਲਜ 'ਚ ਅਪਲਾਈ ਕੀਤਾ ਹੋਇਆ ਆਪਣਾ CAQ, ਤੇ ਉਹਨਾਂ ਨਾਲ ਡਿਸਕਸ ਕਰਕੇ ਦੇਖੋ ਕਿ ਕੀ ਆਲਟਰਨੇਟਿਵਸ ਨੇ ਉਹਨਾਂ ਵਾਸਤੇ। ਸੋ ਇਹੀ ਸੀ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ। ਇਹਦੇ ਵਿੱਚ ਬੇਸਿਕਲੀ ਜਿਹੜੀ ਟਰੈਵਲ ਰੈਸਟ੍ਰਿਕਸ਼ਨਸ ਨੇ ਜਾਂ ਟਰੈਵਲ ਦੇ ਰੂਲਸ ਨੇ ਹੁਣ ਸਟੂਡੈਂਟਸ ਦੇ ਲਈ ਜਾਂ ਕਿਸੇ ਵੀ ਪਰਸਨ ਦੇ ਲਈ ਜਿਹੜੇ ਕਿ ਕੈਨੇਡਾ ਟਰੈਵਲ ਕਰਨਾ ਚਾਹੁੰਦੇ ਨੇ ਉਹ ਡਿਸਕਸ ਕੀਤੇ, ਤੇ ਨਾਲ ਦੀ ਨਾਲ ਹੀ ਕਿਊਬੈਕ ਦੇ CAQs ਦਾ ਸਸਪੈਂਸ਼ਨ ਦਾ ਜਿਹੜਾ ਇਸ਼ੂ ਹੈ ਤੇ ਕਿਹੜੇ ਕਾਲਜਸ ਨੇ ਉਹ ਡਿਸਕਸ ਕੀਤੇ। ਸੋ ਜੇ ਤੁਹਾਨੂੰ ਮੇਰੀ ਵੀਡੀਓਜ਼ ਹੈਲਪਫੁਲ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਹੀ ਇਸ ਵੀਡੀਓ ਨੂੰ ਲਾਈਕ ਕਰ ਦਿਓ, ਤੇ ਚੈਨਲ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹਨਾਂ ਤੱਕ ਵੀ ਇਹ ਹੈਲਪਫੁਲ ਇਨਫੋਰਮੇਸ਼ਨ ਪਹੁੰਚਦੀ ਰਹੇ। ਟਿਲ ਦੈਨ ਟੇਕ ਕੇਅਰ ਐਂਡ ਸਟੇ ਸੇਫ।